हाँ जी स्टूडेंट्स, वेलकम करते हैं तुहाडा तूर स्टडी क्लासेस यूट्यूब चैनल ਦੇ ਵਿੱਚ। इस वीडियो ਦੇ ਵਿੱਚ स्टूडेंट्स ਆਪਾਂ BA ਸਮੈਸਟਰ 3 ਦੇ ਲਈ ਹਿਸਟਰੀ ਦੇ ਜਿਹੜੇ ਕਿ ਛੋਟੇ ਪ੍ਰਸ਼ਨ ਉੱਤਰ ਲੈ ਕੇ ਆਏ ਹਾਂ। ਠੀਕ ਹੈ, ਲੌਂਗ ਕੁਐਸਚਨ ਆਨਸਰ ਆਪਾਂ ਆਲਰੇਡੀ ਅਪਲੋਡ ਕਰ ਚੁੱਕੇ ਹਾਂ। ਜਿਹੜੇ ਮੋਸਟ ਇੰਪੋਰਟੈਂਟ ਕੁਐਸਚਨਸ ਨੇ ਤੁਸੀਂ ਵੀਡੀਓਜ਼ ਨੂੰ ਜ਼ਰੂਰ ਵਾਚ ਕਰੋ। ਮੋਸਟ ਇੰਪੋਰਟੈਂਟ ਕੁਐਸਚਨਸ ਦੱਸੇ ਨੇ। ਹਾਂਜੀ, ਇਸ ਦੇ ਵਿੱਚ ਆਪਾਂ ਸ਼ਾਰਟ ਕੁਐਸਚਨ ਕਰਾਂਗੇ ਤੇ ਬ੍ਰਿਟਿਸ਼ ਸਾਮਰਾਜ ਦੀ ਸਥਾਪਨਾ ਤੇ ਵਿਸਥਾਰ ਵਾਲੇ ਦੇ। ਠੀਕ ਹੈ, ਤੇ ਫਸਟ ਕੁਐਸਚਨ ਹੈਗਾ ਪਲਾਸੀ ਦੀ। हाँ जी, फस्ट क्वेश्चन है पलासी लड़ाई ਜਾਂ सिराजू दौला। सिराजू दौला देखो स्टूडेंट्स ये पहला प्रीवियस एग्जाम्स ਦੇ ਵਿੱਚ ਆਏ ਹੋਏ ਨੇ। सिराजू दौला 1756 ਈਸਵੀ ਦੇ ਵਿੱਚ ਜਿਹੜਾ ਕਿ ਬੰਗਾਲ ਦਾ ਨਵਾਬ ਬਣਦਾ ਤਾਂ ਉਹਦੇ ਸ਼ਾਸਨਕਾਲ ਦੇ ਵਿੱਚ ਜਿਹੜੀ ਕਿ ਪਲਾਸੀ ਦੀ ਲੜਾਈ ਹੁੰਦੀ ਹੈ 23 ਜੂਨ 1757 ਈਸਵੀ ਦੇ ਵਿੱਚ। 23 ਜੂਨ ਜਿਹੜੇ ਕਿ 1757 ਈਸਵੀ ਦੇ ਵਿੱਚ ਪਲਾਸੀ ਲੜਾਈ ਹੁੰਦੀ ਹੈ ਸਿਰਾਜੂ ਦੌਲਾ ਦੇ ਵਿਚਕਾਰ ਤੇ ਅੰਗਰੇਜ਼ਾਂ ਦੇ ਵਿਚਾਲੇ। ਤੇ ਇਸ ਲੜਾਈ ਦਾ ਮੁੱਖ ਕਾਰਨ ਤੇ ਇਸ ਦਾ ਮੁੱਖ ਕਾਰਨ ਕੀ ਸੀ ਕਿ ਅੰਗਰੇਜ਼ਾਂ ਨੇ ਬੰਗਾਲ ਤੇ ਜਿਹੜੇ ਕਿ ਕਬਜ਼ਾ ਅੰਗਰੇਜ਼ ਜਿਹੜੇ ਕਿ ਬੰਗਾਲ ਤੇ ਕਬਜ਼ਾ ਕਰਨਾ ਚਾਹੁੰਦੇ ਸੀ ਤੇ ਸਿਰਾਜੂ ਦੌਲਾ ਦੇ ਜਿਹੜੇ ਸੈਨਾਪਤੀਆਂ ਦੀ ਗਦਾਰੀ ਦੇ ਕਰਕੇ ਅੰਗਰੇਜ਼ਾਂ ਨੂੰ ਇਸ ਲੜਾਈ ਦੇ ਵਿੱਚ ਜਿਹੜੀ ਕਿ ਜਿੱਤ ਹਾਸਿਲ ਹੋਈ। ਪਲਾਸੀ ਦੀ ਜਿਹੜੀ ਲੜਾਈ ਹੋਈ ਸੀ ਤੇ ਇਸ ਲੜਾਈ ਦੇ ਜਿਹੜੇ ਕਿ ਦੁਰਗਾਮੀ ਸਿੱਟੇ ਨਿਕਲੇ, ਭਾਵ ਕਿ ਜਿਹੜੇ ਕਿ ਇਸ ਦੇ ਭਿਆਨਕ ਸਿੱਟੇ ਨਿਕਲੇ ਕਿਉਂਕਿ ਪਲਾਸੀ ਦੇ ਲੜਾਈ ਦੇ ਨਾਲ ਜਿਹੜੇ ਕਿ ਜਿਹੜੀ ਈਸਟ ਇੰਡੀਆ ਕੰਪਨੀ ਸੀ ਉਹਨੂੰ ਬੰਗਾਲ ਦੇ ਵਿੱਚ ਜਿਹੜੇ ਕਿ ਕਰ ਮੁਕਤ ਵਪਾਰ ਭਾਵ ਕਿ ਫ੍ਰੀ ਦੇ ਵਿੱਚ ਜਿਹੜੇ ਕਿ ਬਿਨਾਂ ਟੈਕਸ ਤੋਂ ਵਪਾਰ ਕਰਨ ਦਾ ਅਧਿਕਾਰ ਮਿਲ ਗਿਆ ਸੀ ਤੇ ਕੰਪਨੀ ਨੂੰ ਬੰਗਾਲ ਦੇ ਵਿੱਚ ਆਪਣਾ ਸਿੱਕਾ ਚਲਾਉਣ ਦੀ ਜਿਹੜੀ ਕਿ ਆਗਿਆ ਮਿਲ ਗਈ ਸੀ। ਤੇ ਪਲਾਸੀ ਦੀ ਲੜਾਈ ਦੇ ਨਾਲ ਜਿਹੜੀ ਕਿ ਕਲਾਈਵ ਦੀ ਜਿੱਤ ਹੋਈ ਸੀ, ਜਿਹਦੇ ਨਾਲ ਉਹ ਜਿਹੜੇ ਕਿ ਕਲਾਈਵ ਨੂੰ ਬੰਗਾਲ ਦਾ ਜਿਹੜੇ ਕਿ ਗਵਰਨਰ ਬਣਾ ਦਿੱਤਾ। ਠੀਕ ਹੈ, ਤੇ ਇਸ ਦੇ ਵਿੱਚ ਮੀਰ ਜਾਫਰ ਨੂੰ ਕੰਪਨੀ ਦੇ ਉੱਚ ਜਿਹੜੇ ਅਫਸਰ ਸੀ ਉਹਨਾਂ ਨੂੰ ਬਹੁਤ ਸਾਰਾ ਧਨ ਜਿਹੜੇ ਕਿ ਪ੍ਰਾਪਤ ਹੋਇਆ ਸੀ। ਹਾਂਜੀ, ਅਗਲਾ ਕੁਐਸਚਨ ਪਲਾਸੀ ਲੜਾਈ ਦੇ ਕਾਰਨ ਕੀ ਸੀ। ਠੀਕ ਹੈ, ਇਹ ਤੁਹਾਨੂੰ ਲੌਂਗ ਦੇ ਵਿੱਚ ਵੀ ਕੁਐਸਚਨ ਆਉਂਦੇ ਹੁੰਦੇ ਨੇ। ਸਿਰਾਜੂ ਦੌਲਾ ਦੇ ਉੱਤਰਾਧਿਕਾਰੀ ਜਿਹੜੇ ਕਿ ਉੱਤਰਾਧਿਕਾਰੀ ਦਾ ਦਾਅਵੇ ਝਗੜੇ ਵਾਲਾ ਸੀ, ਭਾਵ ਕਿ ਉਹਨਾਂ ਵਿੱਚ ਝਗੜੇ ਦੇ ਕਾਰਨ ਹੋ ਰਿਹਾ ਸੀ ਉੱਤਰਾਧਿਕਾਰ ਦੇ ਲੈ ਕੇ। ਤੇ ਅੰਗਰੇਜ਼ਾਂ ਨੇ ਕਲਕੱਤੇ ਦੀ ਕਿਲਾਬੰਦੀ ਸ਼ੁਰੂ ਕਰ ਦਿੱਤੀ ਸੀ, ਜਿਸ ਕਰਕੇ ਸਿਰਾਜੂ ਦੌਲਾ ਨੇ ਸ਼ਕਤੀ ਤੇ ਰੋਕ ਲਾਉਣੀ ਚਾਹੁੰਦਾ ਸੀ ਤੇ ਅੰਗਰੇਜ਼ਾਂ ਨੇ ਸਿਰਾਜੂ ਦੌਲਾ ਦੇ ਵਿਰੋਧੀਆਂ ਨੂੰ ਸਹਾਇਤਾ ਦੇਣੀ ਸ਼ੁਰੂ ਕਰਤੀ ਸੀ। ਸਿਰਾਜੂ ਦੌਲਾ ਦਾ ਜਿਹੜਾ ਵਿੱਤ ਮੰਤਰੀ ਸੀ ਰਾਜ ਵੱਲਭ ਦਾ ਪੁੱਤਰ ਕ੍ਰਿਸ਼ਨ ਦਾਸ ਲੱਖਾਂ ਰੁਪਏ ਦਾ ਜਿਹੜੇ ਕਿ ਗਵਨ ਕਰਕੇ, ਭਾਵ ਕਿ ਲੱਖਾਂ ਰੁਪਏ ਜਿਹੜੇ ਕਿ ਉਹਨੇ ਲੈ ਲਏ ਸੀ ਤੇ ਅੰਗਰੇਜ਼ਾਂ ਦੀ ਸ਼ਰਨ ਦੇ ਵਿੱਚ ਚਲਾ ਗਿਆ ਸੀ, ਜਿਸ ਲਈ ਸਿਰਾਜੂ ਦੌਲਾ ਅੰਗਰੇਜ਼ਾਂ ਦੇ ਵਿਰੁੱਧ ਸੀ। ਠੀਕ ਹੈ, ਭਾਵ ਕਿ ਜਿਹੜੇ ਕਿ ਕ੍ਰਿਸ਼ਨ ਦਾਸ ਸੀ ਉਹ ਸਿਰਾਜੂ ਦੌਲਾ ਦਾ ਜਿਹੜੇ ਕਿ ਦੁਸ਼ਮਣ ਸੀ, ਬਟ ਉਹਨੂੰ ਸ਼ਰਨ ਅੰਗਰੇਜ਼ਾਂ ਨੇ ਦਿੱਤੀ, ਜਿਸ ਕਰਕੇ ਜਿਹੜੇ ਕਿ ਸਿਰਾਜੂ ਦੌਲਾ ਉਹਦੇ ਵਿਰੁੱਧ ਹੋ ਗਿਆ ਅੰਗਰੇਜ਼ਾਂ ਦੇ। ਕਲਕੱਤੇ ਦੀ ਕਿਲੇਬੰਦੀ ਕਿਵੇਂ ਜਿਹੜੀ ਕਿ ਯੁੱਧ ਦਾ ਕਾਰਨ ਬਣਦੀ ਹੈ। ਹਾਂਜੀ, ਬੰਗਾਲ ਦੀ ਵਪਾਰਿਕ ਪੱਖ ਤੋਂ ਬਹੁਤ ਜ਼ਿਆਦਾ ਮਹੱਤਤਾ ਸੀ ਤੇ ਜਿਸ ਕਰਕੇ ਅੰਗਰੇਜ਼ ਤੇ ਫਰਾਂਸੀਸੀ ਉਹ ਦੋਵੇਂ ਹੀ ਬੰਗਾਲ ਨੂੰ ਆਪਣੇ ਅੰਡਰ ਕਰਨਾ ਚਾਹੁੰਦੇ ਸੀ ਤੇ ਇਸੇ ਉਦੇਸ਼ ਨੂੰ ਲੈ ਕੇ ਉਹਨਾਂ ਨੇ ਕਲਕੱਤੇ ਵਿੱਚ ਕਿਲੇਬੰਦੀ ਕਰਨੀ ਸ਼ੁਰੂ ਕਰਤੀ। ਤਾਂ ਜਿਹੜਾ ਨਵਾਬ ਸੀ ਸਿਰਾਜੂ ਦੌਲਾ ਇਹ ਗੱਲ ਨੂੰ ਕਦੇ ਸਹਿਣ ਨਹੀਂ ਕਰ ਸਕਦਾ ਸੀ, ਕਿਉਂਕਿ ਇਹਦੇ ਨਾਲ ਉਸਦੇ ਜਿਹੜੇ ਕਿ ਰਾਜ ਨੂੰ ਭਾਰੀ ਖਤਰਾ ਹੋ ਰਿਹਾ ਸੀ ਵੀ ਜੇ ਜਿਹੜੇ ਕਿ ਅੰਗਰੇਜ਼ ਜਾਂ ਫਰਾਂਸੀਸੀ ਕਲਕੱਤੇ ਉੱਤੇ ਅਧਿਕਾਰ ਕਰ ਲੈਣਗੇ। ਤੇ ਇਸ ਲਈ ਉਹਨਾਂ ਨੇ ਦੋਹਾਂ ਸ਼ਕਤੀਆਂ ਨੂੰ ਕਿਲੇਬੰਦੀ ਨਾ ਕਰਨ ਲਈ ਕਿਹਾ। ਤਾਂ ਫਰਾਂਸੀਸੀਆਂ ਨੇ ਸਿਰਾਜੂ ਦੌਲਾ ਦੀ ਗੱਲ ਜਿਹੜੀ ਕਿ ਮੰਨ ਲਈ, ਬਟ ਅੰਗਰੇਜ਼ਾਂ ਨੇ ਇਸ ਚੀਜ਼ ਨੂੰ ਨਾ ਮੰਨਿਆ, ਭਾਵ ਕਿ ਸਿਰਾਜੂ ਦੌਲਾ ਨੇ ਕਹਿਤਾ ਸੀ ਕਿ ਇੱਥੇ ਜਿਹੜੀ ਕਿ ਕਿਲੇਬੰਦੀ ਨਹੀਂ ਕਰਨੀ। ਇਸ ਗੱਲ ਨੂੰ ਫਰਾਂਸੀਸੀ ਤਾਂ ਮੰਨ ਗਏ ਸੀ ਬਟ ਅੰਗਰੇਜ਼ ਨਹੀਂ ਮੰਨੇ ਸੀ ਤੇ ਇਸ ਕਾਰਨ ਅੰਗਰੇਜ਼ਾਂ ਦੇ ਨਵਾਬ ਦੇ ਵਿਚਕਾਰ ਆ ਜਿਹੜੇ ਕਿ ਆਪਸੀ ਤਣਾਅ ਹੋਰ ਜ਼ਿਆਦਾ ਵੱਧਦਾ ਗਿਆ। ਬਲੈਕ ਹੋਲ ਦੁਰਘਟਨਾ ਵੈਰੀ ਇੰਪੋਰਟੈਂਟ, ਦੇਖੋ ਕਿੰਨੀ ਵਾਰ ਆਇਆ ਹੋਇਆ। ਹਾਂਜੀ, ਇਹਦੇ ਵਿੱਚ ਕੀ ਸੀ ਵੀ ਅੰਗਰੇਜ਼ਾਂ ਦੇ ਜਿਹੜੇ ਕਿ ਵਿਵਹਾਰ ਤੋਂ, ਅੰਗਰੇਜ਼ਾਂ ਦੇ ਰਵੱਈਏ ਤੋਂ ਦੁਖੀ ਹੋ ਕੇ ਜਿਹੜਾ ਨਵਾਬ ਸਿਰਾਜੂ ਦੌਲਾ ਨੇ ਜਿਹੜੇ ਕਿ ਪਹਿਲੇ ਜਿਹੜੇ ਕਾਸਿਮ ਬਾਜ਼ਾਰ ਸੀ, ਫਿਰ 20 ਜੂਨ 1756 ਈਸਵੀ ਨੂੰ ਕਲਕੱਤੇ ਤੇ ਕਬਜ਼ਾ ਕਰ ਲਿਆ। ਤੇ ਇਸ ਹਮਲੇ ਦੇ ਦੌਰਾਨ ਜਿਹੜੇ ਕਿ ਨਵਾਬ ਸਿਰਾਜੂ ਦੌਲਾ ਨੇ 146 ਅੰਗਰੇਜ਼ਾਂ ਨੂੰ ਗ੍ਰਿਫਤਾਰ ਕਰ ਲਿਆ। ਨਵਾਬ ਸਿਰਾਜੂ ਦੌਲਾ ਨੇ 146 ਅੰਗਰੇਜ਼ਾਂ ਨੂੰ ਗ੍ਰਿਫਤਾਰ ਕਰ ਲਿਆ ਤੇ ਉਹਨਾਂ ਨੂੰ 18 ਫੁੱਟ ਲੰਬੀ, 14 ਫੁੱਟ ਤੇ 10 ਇੰਚ ਚੌੜੀ ਕੋਠੜੀ ਦੇ ਵਿੱਚ ਬੰਦ ਕਰਤਾ, ਭਾਵ ਕਿ 146 ਅੰਗਰੇਜ਼ਾਂ ਨੂੰ ਇਸ ਜਿਹੜੀ ਕਿ ਕੋਠੜੀ ਦੇ ਵਿੱਚ ਬੰਦ ਕਰਤਾ ਤੇ ਸਾਹ ਘੁੱਟਣ ਦੇ ਕਰਕੇ ਜਿਹਦੇ ਨਾਲ 123 ਆਦਮੀਆਂ ਦੀ ਡੈਥ ਹੋ ਗਈ, ਜਿਹਦੇ ਵਿੱਚ ਸਿਰਫ 23 ਬਚੇ ਹੀ, ਓਨਲੀ 23 ਹੀ ਜਿਹੜੇ ਕਿ ਜਿਉਂਦੇ ਰਹੇ। 123 ਦੀ ਡੈਥ ਹੋ ਗਈ। ਠੀਕ ਹੈ, 123 ਜਣੇ ਮਾਰੇ ਗਏ, ਸਿਰਫ 23 ਜਣੇ ਬਚੇ ਤੇ ਇਸ ਘਟਨਾ ਨੂੰ ਕੀ ਕਿਹਾ ਜਾਂਦਾ, ਬਲੈਕ ਹੋਲ ਦੁਰਘਟਨਾ ਕਿਹਾ ਜਾਂਦਾ। ਠੀਕ ਹੈ, ਬਲੈਕ ਹੋਲ ਦੁਰਘਟਨਾ। ਕ੍ਰਿਸ਼ਨ ਦਾਸ ਦਾ ਮਸਲਾ ਆਪਾਂ ਨੇ ਹੁਣੇ ਕਰੇ ਲਿਆ। ਠੀਕ ਹੈ, ਉਹਦੇ ਵਿੱਚ ਆ ਗਿਆ। ਅੱਗੇ ਹੈਗਾ ਸ਼ੌਕਤ ਜੰਗ। ਅੰਗਰੇਜ਼ਾਂ ਨੇ ਜਿਹੜੇ ਕਿ ਨਵਾਬ ਸਿਰਾਜੂ ਦੌਲਾ ਦੇ ਜਿਹੜੇ ਵਿਰੋਧੀ ਸੀ ਉਹਨਾਂ ਨੂੰ ਆਪਣੇ ਕੋਲ ਸ਼ਰਨ ਦੇ ਕੇ ਜਿਹੜੀ ਕਿ ਭਾਵ ਕਿ ਅੱਗ ਦੇ ਵਿੱਚ ਤੇਲ ਪਾਉਣ ਵਾਲਾ ਕੰਮ ਕੀਤਾ, ਭਾਵ ਕਿ ਜਿਹੜੀ ਪਹਿਲਾਂ ਹੀ ਜਿਹੜਾ ਕਿ ਸਿਰਾਜੂ ਦੌਲਾ ਤੇ ਅੰਗਰੇਜ਼ਾਂ ਦੇ ਵਿੱਚ ਆਪਸ ਦੇ ਵਿੱਚ ਮਤਭੇਦ ਚੱਲ ਰਹੇ ਸੀ ਉਹ ਹੋਰ ਜ਼ਿਆਦਾ ਵੱਧ ਕੇ ਜਦੋਂ ਅੰਗਰੇਜ਼ਾਂ ਨੇ ਜਿਹੜੇ ਕਿ ਸਿਰਾਜੂ ਦੌਲਾ ਦੇ ਜਿਹੜੇ ਵਿਰੋਧੀ ਸੀ ਉਹਨਾਂ ਨੂੰ ਸ਼ਰਨ ਦੇਣੀ ਸ਼ੁਰੂ ਕਰਤੀ। ਤਾਂ ਅੰਗਰੇਜ਼ਾਂ ਨੇ ਸ਼ੌਕਤ ਜੰਗ ਜਿਹੜਾ ਕਿ ਨਵਾਬ ਸਿਰਾਜੂ ਦੌਲਾ ਦਾ ਜਿਹੜੇ ਕਿ ਮਾਸੀ ਦਾ ਪੁੱਤਰ ਸੀ
ਜਿਹੜਾ ਕਿ ਆਪਣੇ ਆਪ ਨੂੰ ਬੰਗਾਲ ਦਾ ਨਵਾਬ ਬਣਨ ਦੇ ਸੁਪਨੇ ਵੇਖ ਰਿਹਾ ਸੀ, ਉਹਨੂੰ ਵੀ ਸ਼ਰਨ ਦਿੱਤੀ। ਭਾਵ ਕਿ ਸ਼ੌਕਤ ਜਿਹੜਾ ਜੰਗ ਆ ਉਹ ਵੀ ਸਿਰਾਜੂਦੌਲਾ ਦਾ ਵਿਰੋਧੀ ਸੀ, ਬਟ ਉਹ ਵਿਰੋਧੀ ਵੀ ਕਿਹਨਾਂ ਨਾਲ ਜਾ ਕੇ ਮਿਲ ਗਿਆ ਸੀ? ਅੰਗਰੇਜ਼ਾਂ ਨਾਲ। ਅੰਗਰੇਜ਼ਾਂ ਨੇ ਉਹਨੂੰ ਆਪਣੇ ਨਾਲ ਮਿਲਾ ਲਿਆ ਸੀ। ਤਾਂ ਅੰਗਰੇਜ਼ਾਂ ਨੇ ਆਪਣੇ ਸਵਾਰਥੀ ਹਿੱਤਾਂ ਨੂੰ ਦੇਖਦੇ ਹੋਏ ਜਿਹੜੇ ਕਿ ਨਾ ਸਿਰਫ ਸ਼ੌਕਤ ਜੰਗ ਨੂੰ ਨਵਾਬ ਸਿਰਾਜੂਦੌਲਾ ਦੇ ਵਿਰੁੱਧ ਭੜਕਾਇਆ, ਸਗੋਂ ਉਹਨੂੰ ਹਰ ਸੰਭਵ ਸਹਾਇਤਾ ਦੇਣ ਦਾ ਵਾਅਦਾ ਕੀਤਾ ਵੀ ਜਿਹਦੇ ਨਾਲ ਜਿਹੜੇ ਕਿ ਸਿਰਾਜੂਦੌਲਾ ਤੇ ਸ਼ੌਕਤ ਜੰਗ ਦੇ ਵਿੱਚ ਪੂਰੀ ਜਿਹੜੇ ਕਿ ਟੱਕਰ ਹੋਵੇ। ਤੇ ਜਿਸ ਕਰਕੇ ਨਵਾਬ ਸਿਰਾਜੂਦੌਲਾ ਅੰਗਰੇਜ਼ਾਂ ਦਾ ਕੱਟੜ ਦੁਸ਼ਮਣ ਬਣ ਗਿਆ। ਅਗਲਾ ਹੈਗਾ ਅਲੀਨਗਰ ਦੀ ਸੰਧੀ। ਹਾਂਜੀ, ਅਲੀਨਗਰ ਦੀ ਸੰਧੀ ਜਿਹੜੇ ਕਿ 9 ਫਰਵਰੀ 1757 ਈਸਵੀ ਦੇ ਵਿੱਚ ਨਵਾਬ ਸਿਰਾਜੂਦੌਲਾ ਤੇ ਅੰਗਰੇਜ਼ਾਂ ਦੇ ਵਿਚਕਾਰ ਹੋਈ ਸੀ। ਇਹ ਸੰਧੀ ਦੇ ਸ਼ਰਤਾਂ ਕੀ ਸੀ ਕਿ ਮੁਗਲ ਬਾਦਸ਼ਾਹ ਵੱਲੋਂ ਜਿਹੜਾ ਕਿ ਅੰਗਰੇਜ਼ ਕੰਪਨੀ ਨੂੰ ਜਿਹੜੇ ਵਿਸ਼ੇਸ਼ ਅਧਿਕਾਰ ਸੀ ਉਹ ਜਾਰੀ ਰਹਿਣਗੇ ਤੇ ਕੰਪਨੀ ਨੂੰ ਬੰਗਾਲ, ਬਿਹਾਰ, ਉੜੀਸਾ ਦੇ ਵਿੱਚ ਬਿਨਾਂ ਕਿਸੇ ਟੈਕਸ ਦੇ ਵਪਾਰ ਕਰਨ ਦਾ ਅਧਿਕਾਰ ਰਹੂਗਾ। ਠੀਕ ਆ, ਤੇ ਅੰਗਰੇਜ਼ੀ ਕੰਪਨੀ ਨੂੰ ਪਹੁੰਚੇ ਹਰ ਤਰ੍ਹਾਂ ਦੇ ਨੁਕਸਾਨ ਨੂੰ ਜਿਹੜੇ ਕਿ ਪੂਰਾ ਕੀਤਾ ਜਾਊਗਾ ਤੇ ਅੰਗਰੇਜ਼ ਬਿਨਾਂ ਕਿਸੇ ਰੁਕਾਵਟ ਦੇ ਕਲਕੱਤੇ ਦੀ ਕਿਲ੍ਹੇਬੰਦੀ ਕਰ ਸਕਣੇ। ਭਾਵ ਕਿ ਅਲੀਨਗਰ ਦੀ ਜਿਹੜੀ ਸੰਧੀ ਸੀ ਇਹ ਨਾ ਸਭ ਤੋਂ ਵੱਧ ਫਾਇਦਾ ਕਿਹਨੂੰ ਉਹਨਾਂ ਨੂੰ ਸੀ? ਅੰਗਰੇਜ਼ਾਂ ਨੂੰ ਸੀ। ਪਲਾਸੀ ਲੜਾਈ ਦੇ ਸਿੱਟੇ ਕੀ ਨਿਕਲੇ? ਸਿੱਟੇ ਨਤੀਜੇ ਇੱਕੋ ਗੱਲ ਹੁੰਦੀ ਹੈ। ਠੀਕ ਹੈ, ਸਿੱਟੇ ਨਤੀਜੇ ਇਹ ਆਪਾਂ ਨੇ ਕਰੇ ਲਿਆ ਸੀ ਕਿਉਂਕਿ ਇਹਦੇ ਵਿੱਚ ਜਿਹੜਾ ਕਿ ਸਿਰਾਜੂਦੌਲਾ ਨੂੰ ਹਟਾ ਕੇ ਮੀਰ ਜਾਫਰ ਨੂੰ ਬੰਗਾਲ ਦਾ ਨਵਾਂ ਨਵਾਬ ਬਣਾਤਾ ਸੀ। ਤੇ ਜਿਹੜਾ ਕਿ ਇਹ ਲਾਰਡ ਕਲਾਈਵ ਦੀ ਜਿੱਤ ਸੀ, ਤਾਂ ਲਾਰਡ ਕਲਾਈਵ ਜਿਹੜੇ ਕਿ ਬੰਗਾਲ ਦਾ ਗਵਰਨਰ ਬਣ ਗਿਆ ਸੀ। 24 ਪਰਗਨੇ ਦੀ ਜ਼ਿੰਮੇਵਾਰੀ ਮਿਲ ਗਈ ਸੀ ਇਹਨਾਂ ਨੂੰ। ਠੀਕ ਹੈ, ਮੀਰ ਜਾਫਰ ਨੂੰ ਵੱਡੀ ਰਕਮ ਮਿਲੀ ਤੇ ਉਹਦੇ ਕਰਮਚਾਰੀਆਂ ਨੂੰ ਦੇਣੀ ਪਈ ਸੀ ਰਕਮ, ਕੰਪਨੀ ਨੂੰ ਦੇਣੀ ਪਈ ਸੀ। ਠੀਕ ਹੈ, ਅੱਗੇ ਹੈ ਪਲਾਸੀ ਦੀ ਲੜਾਈ ਦਾ ਇਤਿਹਾਸ ਵਿੱਚ ਕੀ ਮਹੱਤਵ ਹੈ? ਇਹਦੇ ਨਾਲ ਅੰਗਰੇਜ਼ਾਂ ਦਾ ਬੰਗਾਲ ਤੇ ਕਾਫੀ ਜ਼ਿਆਦਾ ਪ੍ਰਭਾਵ ਵੱਧ ਗਿਆ। ਅੰਗਰੇਜ਼ਾਂ ਦੀ ਆਮਦਨ ਵੱਧ ਗਈ, ਭਾਰਤ ਦੇ ਵਿੱਚ ਬ੍ਰਿਟਿਸ਼ ਸਾਮਰਾਜ ਦੀ ਨੀਂਹ ਰੱਖਣ ਦਾ ਕੰਮ ਪੂਰਾ ਹੋ ਗਿਆ ਤੇ ਇਸ ਜਿੱਤ ਦੇ ਨਾਲ ਅੰਗਰੇਜ਼ੀ ਕੰਪਨੀ ਦਾ ਗੌਰਵ ਵੱਧ ਗਿਆ। ਅੱਗੇ ਹੈਗਾ ਮੀਰ ਜਾਫਰ। ਤੁਸੀਂ ਸਟੂਡੈਂਟਸ ਜਿਹੜੇ ਕਿ ਕੁਐਸਚਨਸ ਨੇ ਜਿਹੜੇ ਪ੍ਰੀਵੀਅਸ ਐਗਜ਼ਾਮਸ ਦੇ ਵਿੱਚ ਆਏ ਹੋਏ ਨੇ ਇਹਨਾਂ ਨੂੰ ਜ਼ਰੂਰ ਜਿਹੜੇ ਕਿ ਯਾਦ ਕਰਨਾ ਤੁਸੀਂ ਸਾਰਿਆਂ ਨੂੰ। ਬਾਕੀ ਤੁਸੀਂ ਇੱਕ ਵਾਰ ਜ਼ਰੂਰ ਜਿਹੜੇ ਨਹੀਂ ਆਏ ਹੋਏ ਉਹਨਾਂ ਨੂੰ ਇੱਕ ਰੀਡਿੰਗ ਕਰਨੀ ਹੈ ਜ਼ਰੂਰ। ਠੀਕ ਹੈ, ਵੀ ਬਾਈ ਚਾਂਸ ਆ ਜਾਣ ਤੁਸੀਂ ਉਹਨਾਂ ਨੂੰ ਲਿਖ ਸਕੋ। ਮੀਰ ਜਾਫਰ ਕੌਣ ਸੀ? ਹਾਂਜੀ, ਮੀਰ ਜਾਫਰ ਜਿਹੜਾ ਕਿ ਪਲਾਸੀ ਲੜਾਈ ਤੋਂ ਬਾਅਦ ਜਿਸ ਨੂੰ ਜਿਹੜਾ ਕਿ ਬੰਗਾਲ ਦਾ ਨਵਾਬ ਬਣਾਇਆ ਸੀ ਅੰਗਰੇਜ਼ਾਂ ਨੇ, ਕੌਣ ਸੀ? ਮੀਰ ਜਾਫਰ ਜਿਹੜੇ ਕਿ ਨਵਾਬ ਸਿਰਾਜੂਦੌਲਾ ਦਾ ਹੀ ਸੈਨਾਪਤੀ ਸੀ, ਜਿਹਦੇ ਸਿਰਾਜੂਦੌਲਾ ਉਹ ਸੀ ਜਿਹਦੀ ਪਲਾਸੀ ਦੇ ਵਿੱਚ ਜਿਹੜੀ ਕਿ ਲੜਾਈ ਹੋਈ ਸੀ ਅੰਗਰੇਜ਼ਾਂ ਦੇ ਨਾਲ। ਮੀਰ ਜਾਫਰ ਜਿਹੜਾ ਕਿ ਨਵਾਬ ਦਾ ਸਿਰਾਜੂਦੌਲਾ ਦਾ ਸੈਨਾਪਤੀ ਸੀ ਤੇ ਪਲਾਸੀ ਲੜਾਈ ਦੇ ਵਿੱਚ ਉਹਦੇ ਸਹਿਯੋਗ ਤੋਂ ਜਿਹੜੇ ਕਿ ਅੰਗਰੇਜ਼ ਖੁਸ਼ ਹੋਏ। ਠੀਕ ਹੈ, ਮੀਰ ਜਾਫਰ ਨੇ ਅੰਗਰੇਜ਼ਾਂ ਦਾ ਸਾਥ ਦਿੱਤਾ ਪਲਾਸੀ ਲੜਾਈ ਦੇ ਵਿੱਚ, ਜਦ ਕਿ ਉਹ ਹੈ ਕਿਹਦਾ ਸੀ? ਸੈਨਾਪਤੀ ਸਿਰਾਜੂਦੌਲਾ ਦਾ ਸੀ। ਉਹਨੂੰ ਸਿਰਾਜੂਦੌਲਾ ਦਾ ਸਾਥ ਦੇਣਾ ਚਾਹੀਦਾ ਸੀ ਬਟ ਉਹਨੇ ਅੰਗਰੇਜ਼ਾਂ ਦਾ ਸਾਥ ਦਿੱਤਾ ਤੇ ਇਸ ਸਹਿਯੋਗ ਤੋਂ ਜਿਹੜੇ ਕਿ ਅੰਗਰੇਜ਼ ਖੁਸ਼ ਹੋਏ ਤਾਂ ਅੰਗਰੇਜ਼ਾਂ ਨੇ 1757 ਈਸਵੀ ਦੇ ਵਿੱਚ ਬੰਗਾਲ ਦਾ ਨਵਾਂ ਨਵਾਬ ਕਿਹਨੂੰ ਨਿਯੁਕਤ ਕਰਤਾ? ਮੀਰ ਜਾਫਰ ਨੂੰ ਕਰਤਾ ਤੇ ਉਹ ਪੂਰੀ ਤਰ੍ਹਾਂ ਅਯੋਗ ਸ਼ਾਸਕ ਸਿੱਧ ਹੋਇਆ ਮੀਰ ਜਾਫਰ, ਕਿਉਂਕਿ ਉਹ ਨਾ ਤਾਂ ਰਾਜ ਦੇ ਵਿਗੜਦੇ ਹੋਏ ਪ੍ਰਸ਼ਾਸਨ ਨੂੰ ਠੀਕ ਕਰ ਸਕਿਆ ਤੇ ਨਾ ਹੀ ਵਿਦੇਸ਼ੀ ਹਮਲਿਆਂ ਤੋਂ ਆਪਣੇ ਰਾਜ ਦੀ ਰੱਖਿਆ ਕਰਨ ਦੇ ਵਿੱਚ ਸਫਲ ਹੋਇਆ। ਤੇ ਉਹਨੇ ਕਲਾਈਵ ਤੇ ਕੰਪਨੀ ਦੇ ਦੂਜੇ ਕਰਮਚਾਰੀਆਂ ਨੂੰ ਕੀਮਤੀ ਤੋਹਫੇ ਦੇ ਕੇ ਰਾਜ ਦਾ ਜਿਹੜਾ ਖਜ਼ਾਨਾ ਸੀ ਉਹ ਖਾਲੀ ਕਰਤਾ ਤੇ ਉਹਦੀ ਕਮਜ਼ੋਰ ਸਥਿਤੀ ਦੇ ਕਾਰਨ ਅੰਗਰੇਜ਼ ਬੰਗਾਲ ਦੇ ਵਿੱਚ ਆਪਣਾ ਜਿਹੜਾ ਕਿ ਪ੍ਰਭਾਵ ਵਧਾਉਣ ਦੇ ਵਿੱਚ ਸਫਲ ਹੋ ਗਏ। ਭਾਵ ਕਿ ਅੰਗਰੇਜ਼ਾਂ ਲਈ ਇਹ ਲਾਭਦਾਇਕ ਸਿੱਧ ਹੋਇਆ ਤੇ 1760 ਈਸਵੀ ਦੇ ਵਿੱਚ ਅੰਗਰੇਜ਼ਾਂ ਨੇ ਫਿਰ ਇਹਨੂੰ ਗੱਦੀ ਤੋਂ ਜਿਹੜੇ ਕਿ ਉਤਾਰਤਾ। ਅੱਗੇ ਹੈਗਾ ਮੀਰ ਕਾਸਿਮ ਕੌਣ ਸੀ? ਹਾਂਜੀ, ਮੀਰ ਕਾਸਿਮ, ਇਹ ਵੀ ਇੰਪੋਰਟੈਂਟ ਕੁਐਸਚਨ ਆ। 1760 ਈਸਵੀ ਦੇ ਵਿੱਚ ਅੰਗਰੇਜ਼ਾਂ ਨੇ ਹੁਣ ਮੀਰ ਜਾਫਰ ਦੀ ਥਾਂ ਤੇ ਕਿਹਨੂੰ ਬੰਗਾਲ ਦਾ ਨਵਾਬ ਬਣਾਤਾ? 1760 ਈਸਵੀ ਦੇ ਵਿੱਚ ਮੀਰ ਕਾਸਿਮ ਨੂੰ ਬਣਾਤਾ। ਪਹਿਲਾਂ ਮੀਰ ਜਾਫਰ ਨੂੰ ਬਣਾਇਆ ਸਿਰਾਜੂਦੌਲਾ ਤੋਂ ਬਾਅਦ, ਫਿਰ ਮੀਰ ਜਾਫਰ ਤੋਂ ਬਾਅਦ ਕਿਹਨੂੰ ਬਣਾਤਾ? ਮੀਰ ਕਾਸਿਮ ਨੂੰ ਬਣਾਤਾ। ਤੇ ਮੀਰ ਕਾਸਿਮ ਨੇ ਛੇਤੀ ਹੀ ਆਪਣੀ ਸਥਿਤੀ ਨੂੰ ਮਜ਼ਬੂਤ ਕਰ ਲਿਆ ਤੇ ਉਹਨੇ ਅਰਥ ਅਵਸਥਾ ਵਿੱਚ ਵੀ ਕਾਫੀ ਸੁਧਾਰ ਕੀਤੇ, ਸੈਨਿਕਾਂ ਨੂੰ ਆਧੁਨਿਕ ਢੰਗ ਨਾਲ ਸਿਖਲਾਈ ਦਿੱਤੀ। ਉਹਨੇ ਅੰਗਰੇਜ਼ਾਂ ਨੂੰ ਵਪਾਰਕ ਸਹੂਲਤਾਂ ਦੀ ਦੁਰਵਰਤੋਂ ਕਰਨ ਤੋਂ ਰੋਕਿਆ, ਜਿਸ ਕਰਕੇ ਅੰਗਰੇਜ਼ਾਂ ਨੇ 1763 ਈਸਵੀ ਦੇ ਵਿੱਚ 3 ਸਾਲਾਂ ਬਾਅਦ ਹੀ ਉਹਨੂੰ ਗੱਦੀ ਤੋਂ ਉਤਾਰਤਾ, ਜਿਸ ਕਰਕੇ ਮੀਰ ਕਾਸਿਮ ਫਿਰ ਅੰਗਰੇਜ਼ਾਂ ਨਾਲ ਜਿਹੜੇ ਕਿ ਦੁਸ਼ਮਣ ਬਣ ਗਿਆ। ਅੱਗੇ ਹੈਗਾ ਮੀਰ ਕਾਸਿਮ ਦੀਆਂ ਪ੍ਰਾਪਤੀਆਂ ਕੀ ਸੀ? ਉਸਨੇ ਸੈਨਾ ਨੂੰ ਵਧੇਰੇ ਸ਼ਕਤੀਸ਼ਾਲੀ ਬਣਾਇਆ, ਆਧੁਨਿਕ ਢੰਗ ਦੀ ਸਿਖਲਾਈ ਦਿੱਤੀ, ਪ੍ਰਸ਼ਾਸਨ ਦੇ ਵਿੱਚ ਜਿਹੜਾ ਭ੍ਰਿਸ਼ਟਾਚਾਰ ਫੈਲਿਆ ਹੋਇਆ ਸੀ ਉਹਨੂੰ ਦੂਰ ਕੀਤਾ, ਅਰਥ ਅਵਸਥਾ ਨੂੰ ਵੀ ਉਹਨੇ ਜਿਹੜੇ ਕਿ ਵਧੇਰੇ ਮਜ਼ਬੂਤ ਬਣਾਇਆ। ਅੱਗੇ ਹੈਗਾ ਬਕਸਰ ਦੀ ਲੜਾਈ। ਹਾਂਜੀ, ਬਕਸਰ ਦੀ ਲੜਾਈ ਦੇ ਵਿੱਚ ਸੀ ਮੀਰ ਕਾਸਿਮ ਤੇ ਅੰਗਰੇਜ਼ਾਂ ਦੇ ਵਿਚਕਾਰ ਸੰਘਰਸ਼। ਠੀਕ ਹੈ, ਹਾਂਜੀ, ਅੰਗਰੇਜ਼ਾਂ ਨੇ ਮੀਰ ਕਾਸਿਮ ਨੂੰ ਬੰਗਾਲ ਦੀ ਜਦੋਂ ਗੱਦੀ ਤੋਂ ਉਤਾਰਤਾ ਤਾਂ ਮੀਰ ਕਾਸਿਮ ਇਸ ਚੀਜ਼ ਨੂੰ ਸਹਿਣ ਨਹੀਂ ਕਰ ਸਕਿਆ ਤਾਂ ਕਿਹਦਾ ਦੁਸ਼ਮਣ ਬਣ ਗਿਆ? ਅੰਗਰੇਜ਼ਾਂ ਦਾ ਦੁਸ਼ਮਣ ਬਣ ਗਿਆ। ਇਹਦੇ ਆਪਾਂ ਨੇ ਕਾਰਨ ਦੱਸਣੇ ਨੇ। ਅਗਲਾ ਹੈਗਾ ਅੰਗਰੇਜ਼ਾਂ ਨੇ ਬੰਗਾਲ ਦੇ ਵਿੱਚ ਉਹਨਾਂ ਨੇ ਜਿਹੜੇ ਵਪਾਰਿਕ ਸਹੂਲਤਾਂ ਦੀ ਦੁਰਵਰਤੋਂ ਸ਼ੁਰੂ ਕਰਤੀ ਸੀ ਤਾਂ ਜਿਸ ਕਰਕੇ ਮੀਰ ਕਾਸਿਮ ਅੰਗਰੇਜ਼ਾਂ ਦੇ ਵਿਚਕਾਰ ਜਿਹੜੇ ਕਿ ਸੰਬੰਧ ਉਹ ਜਿਹੜੇ ਕਿ ਤਣਾਅਪੂਰਨ ਆ ਗਏ। ਅਗਲਾ ਹੈਗਾ ਮੀਰ ਕਾਸਿਮ ਨੇ ਆਪਣੀ ਸੈਨਾ ਤੇ ਅਰਥ ਅਵਸਥਾ ਨੂੰ ਮਜ਼ਬੂਤ ਕੀਤਾ ਤੇ ਇਹ ਸੁਧਾਰ ਅੰਗਰੇਜ਼ਾਂ ਨੂੰ ਜਿਹੜੇ ਕਿ ਬਰਦਾਸ਼ਤ ਨਾ ਹੋਏ। ਅਗਲਾ 4th ਪੁਆਇੰਟ ਹੈ ਵੀ ਬਕਸਰ ਦੀ ਲੜਾਈ ਕਿਹਨਾਂ ਵਿਚਕਾਰ ਹੋਈ? ਤਾਂ ਬਕਸਰ ਦੀ ਲੜਾਈ ਅਵਧ ਦਾ ਨਵਾਬ ਸੀ ਜਿਹੜੇ ਕਿ ਸਜਾਊਦੌਲਾ, ਮੁਗਲ ਬਾਦਸ਼ਾਹ ਸ਼ਾਹ ਆਲਮ
ਤੇ ਮੀਰ ਕਾਸਿਮ। ਇਹ ਤਿੰਨੇ ਜਣੇ ਜਿਹੜੇ ਕਿ ਇੱਕ ਸਾਈਡ ਤੇ ਸੀ ਤੇ ਇਹਨਾਂ ਦੇ ਆਪੋਜਿਟ ਸੀ ਅੰਗਰੇਜ਼। ਠੀਕ ਹੈ, ਇਹਨਾਂ ਦੇ ਆਪੋਜਿਟ ਸੀ ਅੰਗਰੇਜ਼। ਇਹਨਾਂ ਦੋਨਾਂ ਧਿਰਾਂ ਦੇ ਵਿਚਕਾਰ ਜਿਹੜੀ ਕਿ ਲੜਾਈ ਹੋਈ, ਇੱਕ ਸਾਈਡ ਤੇ ਅੰਗਰੇਜ਼ ਤੇ ਦੂਜੀ ਸਾਈਡ ਤੇ ਇਹ ਤਿੰਨ ਜਣੇ ਸੀ, ਅਵਧ ਦਾ ਨਵਾਬ ਸੁਜਾਉਦੌਲਾ, ਮੁਗਲ ਬਾਦਸ਼ਾਹ ਸ਼ਾਹ ਆਲਮ ਤੇ ਮੀਰ ਕਾਸਿਮ। ਤੇ ਇਹ ਲੜਾਈ ਹੋਈ 22 ਅਕਤੂਬਰ 1764 ਈਸਵੀ ਨੂੰ। 22 ਅਕਤੂਬਰ 1764 ਈਸਵੀ ਨੂੰ ਜਿਹੜੇ ਕਿ ਬਕਸਰ ਦੀ ਲੜਾਈ ਹੁੰਦੀ ਹੈ। ਤੇ ਬਕਸਰ ਦੀ ਲੜਾਈ ਹੈ ਜਿਹੜੀ ਕਿ 1765 ਈਸਵੀ ਦੇ ਵਿੱਚ ਇਲਾਹਾਬਾਦ ਦੀ ਸੰਧੀ ਦੇ ਨਾਲ ਸਮਾਪਤ ਹੁੰਦੀ ਹੈ। ਇਲਾਹਾਬਾਦ ਦੀ ਸੰਧੀ ਦੇ ਨਾਲ, ਠੀਕ ਹੈ, ਲਾਈਨ ਲਿਖੀ ਹੋਈ ਹੈ, ਇਲਾਹਾਬਾਦ ਦੀ ਸੰਧੀ ਦੇ ਨਾਲ ਜਿਹੜੀ ਕਿ ਇਹ ਸਮਾਪਤ ਹੁੰਦੀ ਹੈ। ਅਗਲਾ ਹੈਗਾ ਇਲਾਹਾਬਾਦ ਦੀ ਸੰਧੀ ਦੀਆਂ ਧਾਰਾਵਾਂ ਕੀ ਸੀ। ਇਹਦੇ ਨਾਲ ਸੁਜਾਉਦੌਲਾ ਜਿਹੜਾ ਅਵਧ ਦਾ ਨਵਾਬ ਸੀ, ਉਹਨੂੰ 50 ਲੱਖ ਰੁਪਏ ਦੇ ਬਦਲੇ ਦੇ ਵਿੱਚ ਅਵਧ ਦਾ ਇਲਾਕਾ ਅੰਗਰੇਜ਼ਾਂ ਨੂੰ, ਜਿਹੜੇ ਕਿ ਅਵਧ ਦਾ ਇਲਾਕਾ ਸੀ ਜਿਹੜਾ ਉਹ ਵਾਪਸ ਕਰ ਦਿੱਤਾ ਗਿਆ ਅੰਗਰੇਜ਼ਾਂ ਵੱਲੋਂ। ਤਾਂ ਮੁਗਲ ਬਾਦਸ਼ਾਹ ਸ਼ਾਹ ਆਲਮ ਨੂੰ 26 ਲੱਖ ਰੁਪਏ ਸਾਲਾਨਾ ਪੈਨਸ਼ਨ ਦਿੱਤੀ ਗਈ। ਤੇ ਸ਼ਾਹ ਆਲਮ ਨੇ 1765 ਈਸਵੀ ਦੇ ਵਿੱਚ ਫਿਰ ਬੰਗਾਲ, ਬਿਹਾਰ, ਉੜੀਸਾ ਦੀ ਦੀਵਾਨੀ ਅੰਗਰੇਜ਼ਾਂ ਨੂੰ ਦੇ ਦਿੱਤੀ, ਉਹ 26 ਲੱਖ ਰੁਪਏ ਦੇ ਬਦਲੇ ਦੇ ਵਿੱਚ। ਠੀਕ ਹੈ, ਭਾਰਤੀ ਇਤਿਹਾਸ ਵਿੱਚ ਬਕਸਰ ਦੇ ਯੁੱਧ ਦਾ ਮਹੱਤਵ ਕੀ ਹੈ। ਬਕਸਰ ਦੀ ਲੜਾਈ ਦੇ ਬਹੁਤ ਜਿਹੜੇ ਕਿ ਸਿੱਟੇ ਨਿਕਲਦੇ ਨੇ ਮਹੱਤਵਪੂਰਨ। ਇਹਦੇ ਸਿੱਟੇ ਦੇ ਨਾਲ ਬੰਗਾਲ, ਬਿਹਾਰ, ਉੜੀਸਾ, ਅਵਧ ਦੇ ਵਿੱਚ ਅੰਗਰੇਜ਼ਾਂ ਦਾ ਪ੍ਰਭਾਵ ਵੱਧ ਗਿਆ। ਹੁਣ ਜਿਹੜੀ ਪਲਾਸੀ ਲੜਾਈ ਸੀ ਉਹਦੇ ਨਾਲ ਤਾਂ ਸਿਰਫ ਉਹਨਾਂ ਦਾ ਬੰਗਾਲ ਦੇ ਵਿੱਚ ਪ੍ਰਭਾਵ ਵਧਿਆ ਸੀ, ਬਟ ਇਹਦੇ ਨਾਲ ਬੰਗਾਲ, ਬਿਹਾਰ, ਉੜੀਸਾ, ਅਵਧ ਦੇ ਵਿੱਚ ਪ੍ਰਭਾਵ ਵੱਧ ਗਿਆ। ਤੇ ਮੁਗਲ ਬਾਦਸ਼ਾਹ ਸ਼ਾਹ ਆਲਮ ਦੂਜਾ ਵੀ ਅੰਗਰੇਜ਼ਾਂ ਦੇ ਹੱਥਾਂ ਦੇ ਵਿੱਚ ਜਿਹੜੇ ਕਿ ਪ੍ਰਭਾਵ ਦੇ ਵਿੱਚ ਆ ਗਿਆ। ਤੇ ਪਲਾਸੀ ਦੀ ਲੜਾਈ ਦੇ ਵਿੱਚ ਜਿੱਥੇ ਅੰਗਰੇਜ਼ਾਂ ਨੇ ਧੋਖੇ ਤੋਂ ਕੰਮ ਲੈ ਕੇ ਜਿੱਤ ਹਾਸਲ ਕੀਤੀ ਸੀ, ਉੱਥੇ ਇਸ ਲੜਾਈ ਦੇ ਵਿੱਚ ਅੰਗਰੇਜ਼ਾਂ ਜਿੱਤ ਦਾ ਸਿਹਰਾ ਉਹਨਾਂ ਦੀ ਚੰਗੀ ਸਿਖਲਾਈ ਪ੍ਰਾਪਤ ਸੈਨਾ ਨੂੰ ਸੀ। ਤੇ ਬਕਸਰ ਦੀ ਲੜਾਈ ਦੇ ਸਿੱਟੇ ਵਜੋਂ ਭਾਰਤ ਉੱਤੇ ਕਬਜ਼ਾ ਕਰਨ ਦੇ ਵਿੱਚ ਅੰਗਰੇਜ਼ਾਂ ਦਾ ਰਸਤਾ ਜਿਹੜੇ ਕਿ ਖੁੱਲ੍ਹ ਗਿਆ। ਅੱਗੇ ਹੈਗਾ ਲਾਰਡ ਕਲਾਈਵ ਨੂੰ ਭਾਰਤ ਵਿੱਚ ਅੰਗਰੇਜ਼ੀ ਸਾਮਰਾਜ ਦਾ ਮੋਢੀ ਕਿਉਂ ਮੰਨਿਆ ਜਾਂਦਾ, ਜਾਂ ਲਾਰਡ ਕਲਾਈਵ ਕੌਣ ਸੀ। ਲਾਰਡ ਕਲਾਈਵ ਨੇ ਪਲਾਸੀ ਲੜਾਈ ਦੇ ਵਿੱਚ ਬੰਗਾਲ ਦਾ ਨਵਾਬ ਸੀ ਜਿਹੜਾ ਸਿਰਾਜੂਦੌਲਾ, ਉਹਨੂੰ ਹਰਾਇਆ ਸੀ। ਤੇ ਉਸਦੀ ਥਾਂ ਤੇ ਜਿਹੜੇ ਕਿ ਉਹਨੇ ਮੀਰ ਜਾਫਰ ਨੂੰ ਜਿਹੜੇ ਕਿ ਨਿਯੁਕਤ ਕੀਤਾ ਸੀ। ਮੀਰ ਜਾਫਰ ਜਿਹੜੇ ਕਿ ਕਠਪੁਤਲੀ ਬਣ ਗਿਆ ਸੀ ਅੰਗਰੇਜ਼ਾਂ ਦੀ। ਤੇ ਉਸਨੇ ਚਿਨਸੁਰਾ ਵਿਖੇ ਡੱਚਾਂ ਨੂੰ ਹਰਾ ਕੇ ਆਪਣੀ ਸ਼ਕਤੀ ਨੂੰ ਵਧਾਇਆ ਸੀ। ਤੇ 1765 ਈਸਵੀ ਵਿੱਚ ਮੁਗਲ ਬਾਦਸ਼ਾਹ ਸ਼ਾਹ ਆਲਮ ਦੂਜੇ ਦੇ ਕੋਲੋਂ ਬੰਗਾਲ, ਬਿਹਾਰ, ਉੜੀਸਾ ਦੀ ਜਿਹੜੀ ਕਿ ਦੀਵਾਨੀ ਦਾ ਅਧਿਕਾਰ ਵੀ ਲਾਰਡ ਕਲਾਈਵ ਨੂੰ ਹਾਸਿਲ ਹੋਇਆ ਸੀ। ਲਾਰਡ ਕਲਾਈਵ ਦੀ ਦੋਹਰੀ ਸ਼ਾਸਨ ਵਿਵਸਥਾ ਕੀ ਸੀ, ਜਾਂ ਦੋਹਰੀ ਸ਼ਾਸਨ ਵਿਵਸਥਾ ਕੀ ਸੀ ਬੰਗਾਲ ਦੇ ਵਿੱਚ। 1765 ਈਸਵੀ ਵਿੱਚ ਲਾਰਡ ਕਲਾਈਵ ਨੇ ਮੁਗਲ ਬਾਦਸ਼ਾਹ ਸ਼ਾਹ ਆਲਮ ਦੂਜੇ ਕੋਲੋਂ ਬੰਗਾਲ, ਬਿਹਾਰ, ਉੜੀਸਾ ਦੀ ਦੀਵਾਨੀ ਪ੍ਰਾਪਤ ਕਰ ਲਈ। ਠੀਕ ਹੈ, ਅਧਿਕਾਰ ਪ੍ਰਾਪਤ ਕਰ ਲਏ ਉੱਥੋਂ ਦੇ। ਤਾਂ ਇਸ ਲਈ ਕਲਾਈਵ ਨੇ ਹੁਣ ਬੰਗਾਲ ਦੇ ਵਿੱਚ ਨਵੇਂ ਪ੍ਰਬੰਧ ਦੀ ਵਿਵਸਥਾ ਕੀਤੀ, ਜਿਹਨੂੰ ਆਪਾਂ ਕੀ ਕਿਹਾ ਜਾਂਦਾ, ਦੋਹਰਾ ਸ਼ਾਸਨ ਪ੍ਰਬੰਧ ਕਿਹਾ ਜਾਂਦਾ ਬੰਗਾਲ ਦਾ। ਇਹਦੇ ਅਨੁਸਾਰ ਕੀ ਸੀ ਕਿ ਰਾਜ ਦੇ ਵਿੱਚ ਕਾਨੂੰਨ ਤੇ ਵਿਵਸਥਾ ਬਣਾਈ ਰੱਖਣ ਦੀ ਜ਼ਿੰਮੇਵਾਰੀ ਕਿਹਦੀ ਹੋਊਗੀ, ਬੰਗਾਲ ਦੇ ਨਵਾਬ ਨੂੰ ਸੌਂਪੀ ਗਈ, ਜਦਕਿ ਟੈਕਸ ਇਕੱਠਾ ਕਰਨਾ, ਸੁਰੱਖਿਆ ਕਰਨ ਦਾ ਅਧਿਕਾਰ ਅੰਗਰੇਜ਼ਾਂ ਕੋਲ ਸੀ। ਭਾਵ ਕਿ ਬੰਗਾਲ ਦੇ ਵਿੱਚ ਦੋ ਜਣੇ ਕਰ ਰਹੇ ਸੀ ਰਾਜ। ਇੱਕ ਤਾਂ ਜਿਹੜੇ ਕਿ ਬੰਗਾਲ ਦੇ ਵਿੱਚ ਕਾਨੂੰਨ ਬਣਾਉਣਾ, ਵਿਵਸਥਾ ਬਣਾਉਣਾ ਕੰਮ ਤਾਂ ਬੰਗਾਲ ਦੇ ਨਵਾਬ ਦਾ ਸੀ, ਬਟ ਉੱਥੋਂ ਟੈਕਸ ਇਕੱਠਾ ਕਰਨਾ ਤੇ ਸੁਰੱਖਿਆ ਦਾ ਕਾਰਜ ਕਿਹਨਾਂ ਦਾ ਸੀ, ਅੰਗਰੇਜ਼ਾਂ ਦਾ ਸੀ। ਇਸ ਤਰ੍ਹਾਂ ਬੰਗਾਲ ਦੇ ਵਿੱਚ ਦੋ ਸ਼ਕਤੀਆਂ ਸ਼ਾਸਨ ਕਰ ਰਹੀਆਂ ਸੀ, ਜਿਸ ਕਰਕੇ ਇਹ ਕੀ ਕਹਿਲਾਉਂਦਾ, ਦੋਹਰੀ ਸ਼ਾਸਨ ਵਿਵਸਥਾ। ਤੇ 1772 ਈਸਵੀ ਤੱਕ ਜਾਰੀ ਰਿਹਾ। ਅਗਲਾ ਕੁਐਸਚਨ, ਲਾਰਡ ਕਲਾਈਵ ਨੇ ਬੰਗਾਲ ਦੇ ਵਿੱਚ ਦੋਹਰਾ ਸ਼ਾਸਨ ਪ੍ਰਬੰਧ ਕਿਉਂ ਲਾਗੂ ਕੀਤਾ ਸੀ। ਜਸਟ ਤੁਸੀਂ ਵੈਸੇ ਰੀਡ ਕਰ ਲਿਓ, ਕੋਈ ਇੰਨਾ ਖਾਸ ਇੰਪੋਰਟੈਂਟ ਨਹੀਂ ਹੈ, ਇੱਕ ਵਾਰ ਜ਼ਰੂਰ ਰੀਡ ਕਰ ਲਿਓ। ਦੋਸ਼ ਵਗੈਰਾ ਇਹ ਹਿਸਾਬ ਲਾਭ ਵੀ। ਅੱਗੇ ਹੈਗਾ ਲਾਰਡ ਕਾਰਨਵਾਲਿਸ। ਲਾਰਡ ਕਾਰਨਵਾਲਿਸ ਨੇ 1786 ਤੋਂ ਲੈ ਕੇ 1793 ਈਸਵੀ ਤੱਕ ਜਿਹੜੇ ਕਿ ਇਹ ਬੰਗਾਲ ਦਾ ਗਵਰਨਰ ਜਨਰਲ ਹੈ। ਤੇ ਇਹਦੇ ਅਹੁਦਿਆਂ ਤੇ ਰਹਿੰਦੇ ਉਸਨੇ ਬਹੁਤ ਸਾਰੇ ਜਿਹੜੇ ਕਿ ਸ਼ਲਾਘਾਯੋਗ ਕੰਮ ਕੀਤੇ ਨੇ। ਨਿਆਂ ਵਿਵਸਥਾ ਸੰਬੰਧੀ, ਪੁਲਿਸ ਸੰਬੰਧੀ, ਲਗਾਨ ਭਾਵ ਕਿ ਭੂਮੀ ਟੈਕਸ ਦੇ ਸੰਬੰਧੀ ਸੁਧਾਰ ਕੀਤੇ ਨੇ। ਤੇ ਰਿਸ਼ਵਤ ਦੇ ਖਾਤਮੇ ਦੇ ਲਈ ਵੀ ਇਹਨੇ ਅਧਿਕਾਰੀਆਂ ਦੀ ਜਿਹੜੀ ਕਿ ਤਨਖਾਹ ਦੇ ਵਿੱਚ ਵਾਧਾ ਕਰਤਾ ਸੀ, ਤਾਂ ਕਿ ਜਿਹੜੇ ਕਿ ਤਨਖਾਹ ਘੱਟ ਹੋਣ ਕਰਕੇ ਉਹਨੂੰ ਲੱਗਦਾ ਸੀ ਵੀ ਸ਼ਾਇਦ ਉਹ ਰਿਸ਼ਵਤ ਖਾਂਦੇ ਨੇ, ਜਿਸ ਕਰਕੇ ਉਹਨੇ ਅਧਿਕਾਰੀਆਂ ਦੀ ਤਨਖਾਹ ਹੀ ਵਧਾਤੀ ਤਾਂ ਕਿ ਉਹ ਰਿਸ਼ਵਤ ਜਿਹੜੇ ਕਿ ਨਾ ਲੈਣ। ਤੇ ਉਸਨੇ ਨਿੱਜੀ ਵਪਾਰ ਤੇ ਪਾਬੰਦੀ ਲਗਾਈ। ਤੇ ਉਸਨੇ ਕਲਕੱਤੇ ਦੇ ਵਿੱਚ ਸਦਰ ਦੀਵਾਨੀ ਅਦਾਲਤ ਦੀ ਸਥਾਪਨਾ ਕੀਤੀ। ਕਲਕੱਤੇ ਦੇ ਵਿੱਚ ਕਿਹੜੀ ਅਦਾਲਤ ਦੀ ਸਥਾਪਨਾ ਕੀਤੀ, ਸਦਰ ਦੀਵਾਨੀ ਅਦਾਲਤ ਦੀ ਸਥਾਪਨਾ ਕੀਤੀ ਲਾਰਡ ਕਾਰਨਵਾਲਿਸ ਨੇ। ਤੇ ਉਸਨੇ ਕਾਰਨਵਾਲਿਸ ਕੋਡ ਵੀ ਜਾਰੀ ਕੀਤਾ ਤੇ ਅਣਮਨੁੱਖੀ ਸਜ਼ਾਵਾਂ ਸੀ ਜਿਹੜਾ ਉਹਨਾਂ ਦਾ ਖਾਤਮਾ ਕੀਤਾ। ਉਹਨੇ ਪੁਲਿਸ ਸੰਬੰਧੀ ਵੀ ਸੁਧਾਰ ਕੀਤੇ। 1793 ਈਸਵੀ ਵਿੱਚ ਬੰਗਾਲ, ਬਿਹਾਰ, ਉੜੀਸਾ ਦੇ ਵਿੱਚ ਸਥਾਈ ਬੰਦੋਬਸਤ ਨੂੰ ਵੀ ਲਾਗੂ ਕੀਤਾ। ਤੇ ਆਪਾਂ ਕਹਿ ਸਕਦੇ ਹਾਂ ਕਿ ਭਾਰਤ ਵਿੱਚ ਈਸਟ ਇੰਡੀਆ ਕੰਪਨੀ ਦੀ ਸਥਿਤੀ ਨੂੰ ਮਜ਼ਬੂਤ ਕਰਨ ਦੇ ਵਿੱਚ ਤੇ ਇਹਦਾ ਵੀ ਜਿਹੜਾ ਕਿ ਬਹੁਮੁੱਲਾ ਯੋਗਦਾਨ ਸੀ। ਇਹਦੇ ਪ੍ਰਸ਼ਾਸਨਿਕ ਸੁਧਾਰ, ਠੀਕ ਹੈ, ਨਿਆਂ ਸੰਬੰਧੀ ਸੁਧਾਰ, ਇਹਨਾਂ ਨੂੰ ਤੁਸੀਂ ਇੱਕ ਵਾਰ ਜ਼ਰੂਰ ਰੀਡ ਕਰ ਲੈਣਾ, ਕਿਉਂਕਿ ਇਹ ਲੌਂਗ ਕੁਐਸਚਨ ਲਈ ਵੀ ਇੰਪੋਰਟੈਂਟ ਨੇ ਲਾਰਡ ਕਲਾਈਵ ਵਾਲੇ। ਠੀਕ ਹੈ, ਇੰਪੋਰਟੈਂਟ ਨੇ ਲੌਂਗ ਕੁਐਸਚਨ ਲਈ ਵੀ। ਇਹਦੇ ਸੁਧਾਰ ਕਿਹੜੇ ਕਿਹੜੇ ਸੀ, ਜਿਵੇਂ ਇਹਨੇ ਨਿਆਂ ਸੰਬੰਧੀ ਅਧਿਕਾਰ ਕੀ ਸੀ, ਅਦਾਲਤੀ ਸੁਧਾਰ, ਅਮੀਨ ਤੇ ਮੁਨਸਿਫ ਦੀਆਂ ਛੋਟੀਆਂ ਅਦਾਲਤਾਂ ਕਾਇਮ ਕੀਤੀਆਂ। ਉਹਨੇ ਜ਼ਿਲ੍ਹਾ ਅਦਾਲਤਾਂ ਦੀ ਸਥਾਪਨਾ ਕੀਤੀ ਤੇ ਦੀਵਾਨੀ ਅਦਾਲਤਾਂ ਜਿਨ੍ਹਾਂ ਨੂੰ ਕਿਹਾ ਜਾਂਦਾ ਸੀ। ਕਾਰਨਵਾਲਿਸ ਨੇ ਕਲਕੱਤਾ, ਮੁਰਸ਼ਿਦਾਬਾਦ, ਢਾਕਾ, ਪਟਨਾ ਦੇ ਵਿੱਚ ਪ੍ਰਾਂਤਕ ਅਦਾਲਤਾਂ ਸਥਾਪਿਤ ਕੀਤੀਆਂ। ਠੀਕ ਹੈ, ਤੇ ਇਹ ਜ਼ਿਲ੍ਹਾ ਅਦਾਲਤਾਂ ਦੇ ਵਿਰੁੱਧ ਅਪੀਲਾਂ ਸੁਣਦੀਆਂ ਸੀ ਜਿੱਥੇ।
ਤੇ ਕਲਕੱਤੇ ਦੇ ਵਿੱਚ ਸਦਰ ਦੀਵਾਨੀ ਅਦਾਲਤ ਦੀ ਸਥਾਪਨਾ ਕੀਤੀ। ਅੱਗੇ ਹੈਗਾ ਲਾਰਡ ਕਾਰਨਵਾਲਿਸ ਕੋਡ ਕੀ ਹੈ। ਲਾਰਡ ਕਾਰਨਵਾਲਿਸ ਕੋਡ ਕਰਮਚਾਰੀਆਂ ਦੇ ਜਿਹੜੇ ਕਿ ਮਾਰਗਦਰਸ਼ਨ ਦੇ ਲਈ ਕਾਰਨਵਾਲਿਸ ਨੇ ਇੱਕ ਨਵੇਂ ਨਿਯਮਾਂ ਦੀ ਇੱਕ ਪੁਸਤਕ ਤਿਆਰ ਕੀਤੀ। ਇਸ ਪੁਸਤਕ ਨੂੰ ਕੀ ਕਹਿੰਦੇ ਸੀ, ਕਾਰਨਵਾਲਿਸ ਕੋਡ। ਭਾਵ ਕਿ ਲਾਰਡ ਕਾਰਨਵਾਲਿਸ ਨੇ ਨਿਯਮਾਂ ਸੰਬੰਧੀ ਇੱਕ ਨਵੇਂ ਜਿਹੜੇ ਕਿ ਕਰਮਚਾਰੀਆਂ ਦੇ ਲਈ ਨਿਯਮ ਬਣਾਏ ਸੀ, ਉਹਨੂੰ ਇੱਕ ਪੁਸਤਕ ਦੇ ਵਿੱਚ ਦਰਜ ਕੀਤਾ। ਉਸ ਪੁਸਤਕ ਨੂੰ ਕੀ ਕਿਹਾ ਗਿਆ, ਠੀਕ ਹੈ, ਉਸ ਪੁਸਤਕ ਨੂੰ ਕੀ ਕਿਹਾ ਗਿਆ, ਕਾਰਨਵਾਲਿਸ ਕੋਡ। ਤੇ ਇਸ ਦਾ ਉਦੇਸ਼ ਕੀ ਸੀ ਵੀ ਸਰਕਾਰੀ ਕਰਮਚਾਰੀਆਂ ਤੇ ਜੱਜਾਂ ਦੁਆਰਾ ਜਿਹੜੇ ਆਪਣੇ ਅਧਿਕਾਰਾਂ ਦੀ ਅਨੁਚਿਤ ਵਰਤੋਂ ਕਰ ਰਹੇ ਨੇ ਉਹ, ਤੇ ਹਿੰਦੂ ਤੇ ਮੁਸਲਮਾਨਾਂ ਦੇ ਜਿਹੜੇ ਧਾਰਮਿਕ ਭਾਵਨਾ ਦੇ ਵਿਰੁੱਧ ਕੰਮ ਕਰਨ ਤੋਂ ਰੋਕਣਾ ਸੀ। ਭਾਵ ਕਿ ਇਹ ਜਿਹੜੇ ਅਨੁਚਿਤ ਵਿਵਹਾਰ ਦੇ ਨਾਲ ਕੰਮ ਕਰ ਰਹੇ ਸੀ, ਉਹਨਾਂ ਨੂੰ ਇਹ ਚੀਜ਼ ਤੋਂ ਰੋਕਣਾ ਸੀ। ਨਿਯਮ ਬਣਾਏ ਗਏ ਇਹਦੇ ਵਿੱਚ, ਤੇ ਇਹਨਾਂ ਨਿਯਮਾਂ ਦੇ ਅਨੁਸਾਰ ਸਾਰੇ ਕਰਮਚਾਰੀਆਂ ਸਰਕਾਰੀ ਕਰਮਚਾਰੀਆਂ ਅਧਿਕਾਰੀਆਂ ਦੀ ਸ਼ਕਤੀਆਂ ਨਿਸ਼ਚਿਤ ਕਰ ਦਿੱਤੀਆਂ ਗਈਆਂ। ਭਾਵ ਕਿ ਉਹਨਾਂ ਨਿਯਮਾਂ ਦੇ ਅਕੋਰਡਿੰਗ ਹੀ ਉਹਨਾਂ ਨੇ ਆਪਣੀ ਪਾਵਰ ਯੂਜ਼ ਕਰਨੀ ਸੀ। ਤੇ ਨਿਆਂ ਵਿਵਸਥਾ ਵਿੱਚ ਸੁਧਾਰ ਲਈ ਨਵੇਂ ਨਿਯਮ ਬਣਾਏ ਗਏ ਅਤੇ ਅਦਾਲਤਾਂ ਦਾ ਅਧਿਕਾਰ ਖੇਤਰ ਵੀ ਨਿਸ਼ਚਿਤ ਕੀਤਾ ਗਿਆ। ਪੁਲਿਸ ਸੁਧਾਰ ਇਹਦੇ ਲਾਰਡ ਕਾਰਨਵਾਲਿਸ ਨੇ ਜ਼ਿਮੀਂਦਾਰਾਂ ਕੋਲੋਂ ਜਿਹੜੇ ਕਿ ਪੁਲਿਸ ਅਧਿਕਾਰ ਵਾਪਸ ਲੈ ਲਏ। ਵੱਖਰੇ ਪੁਲਿਸ ਵਿਭਾਗ ਦੀ ਸਥਾਪਨਾ ਕੀਤੀ। ਉਹਨਾਂ ਨੇ ਹਰੇਕ ਜ਼ਿਲ੍ਹੇ ਵਿੱਚ ਕਈ ਥਾਣਿਆਂ ਵਿੱਚ ਵੰਡ ਦਿੱਤਾ ਤੇ ਹਰੇਕ ਥਾਣੇ ਨੂੰ ਇੱਕ ਦਰੋਗਾ ਦੇ ਅਧੀਨ ਰੱਖਿਆ। ਅੱਗੇ ਹੈਗਾ ਲਾਰਡ ਵਿਲੀਅਮ ਬੈਂਟਿੰਗ। ਲਾਰਡ ਵਿਲੀਅਮ ਬੈਂਟਿੰਗ ਨੇ 1828 ਤੋਂ ਲੈ ਕੇ 1833 ਈਸਵੀ ਤੱਕ ਬੰਗਾਲ ਦਾ ਗਵਰਨਰ ਜਨਰਲ ਰਿਹਾ ਹੈ, ਤੇ 1833 ਈਸਵੀ ਤੋਂ ਲੈ ਕੇ 35 ਈਸਵੀ ਤੱਕ ਭਾਰਤ ਦਾ ਪਹਿਲਾ ਗਵਰਨਰ ਜਨਰਲ ਰਿਹਾ। ਠੀਕ ਹੈ, ਲਾਰਡ ਵਿਲੀਅਮ ਬੈਂਟਿੰਗ। ਜੇ ਕੁਐਸਚਨ ਪੁੱਛਿਆ ਜਾਏ ਕਿ ਭਾਰਤ ਦਾ ਪਹਿਲਾ ਗਵਰਨਰ ਜਨਰਲ ਕੌਣ ਸੀ, ਤਾਂ ਲਾਰਡ ਵਿਲੀਅਮ ਬੈਂਟਿੰਗ। ਤੇ ਆਖਰੀ ਬੰਗਾਲ ਗਵਰਨਰ ਜਨਰਲ ਕੌਣ ਸੀ, ਬੰਗਾਲ ਦਾ ਗਵਰਨਰ ਜਨਰਲ ਹੈਗਾ ਸੀ ਵਿਲੀਅਮ ਬੈਂਟਿੰਗ। ਤੇ ਭਾਰਤ ਦਾ ਕੌਣ ਸੀ ਪਹਿਲਾ ਬਣਿਆ, ਲਾਰਡ ਵਿਲੀਅਮ ਬੈਂਟਿੰਗ। ਠੀਕ ਹੈ, ਤੇ ਇਹਨੇ 7 ਸਾਲ ਦੇ ਸ਼ਾਸਨ ਕਾਲ ਦੇ ਦੌਰਾਨ ਜਿਹੜੇ ਕਿ ਕਾਫੀ ਸੁਧਾਰ ਕੀਤੇ, ਜਿਵੇਂ ਬੇਲੋੜ ਜਿਹੜੇ ਕਿ ਨੌਕਰੀਆਂ ਸੀ ਉਹਨਾਂ ਦਾ ਖਾਤਮਾ ਕੀਤਾ। ਉਹਨੇ ਉੱਚੇ ਅਹੁਦਿਆਂ ਦੇ ਭਾਰਤੀਆਂ ਨੂੰ ਵੀ ਨਿਯੁਕਤ ਕਰਕੇ ਖਰਚੇ ਦੇ ਵਿੱਚ ਕਾਫੀ ਬਚਤ ਕੀਤੀ। ਸਤੀ ਪ੍ਰਥਾ ਅਤੇ ਕੁਝ ਹੋਰ ਜਿਹੜੇ ਸਮਾਜਿਕ ਕੁਰੀਤੀਆਂ ਸੀ ਉਹਨਾਂ ਤੇ ਪਾਬੰਦੀ ਲਗਾਈ ਲਾਰਡ ਵਿਲੀਅਮ ਬੈਂਟਿੰਗ ਨੇ। ਤੇ ਉਹਨੇ ਜਿਊਰੀ ਪ੍ਰਥਾ ਸੀ ਜਿਹੜੇ ਉਹਦਾ ਖਾਤਮਾ ਕੀਤਾ, ਤੇ ਸਿੱਖਿਆ ਦੇ ਪ੍ਰਸਾਰ ਲਈ ਵੀ ਕਦਮ ਚੁੱਕੇ। 1835 ਈਸਵੀ 'ਚ ਉਹਨੇ ਅੰਗਰੇਜ਼ੀ ਨੂੰ ਸਿੱਖਿਆ ਦਾ ਮਾਧਿਅਮ ਬਣਾਇਆ ਲਾਰਡ ਵਿਲੀਅਮ ਬੈਂਟਿੰਗ ਨੇ। ਵਿੱਤ ਸੰਬੰਧੀ ਸੁਧਾਰ ਇਹਦੇ ਤੁਸੀਂ ਜਸਟ ਇੱਕ ਵਾਰ ਰੀਡ ਕਰ ਲੈਣਾ। ਠੀਕ ਹੈ, ਵਿੱਤ ਸੰਬੰਧੀ ਸੁਧਾਰ ਤੇ ਸਮਾਜਿਕ ਸੁਧਾਰ, ਸਤੀ ਪ੍ਰਥਾ ਤੇ ਰੋਕ ਲਗਾਈ, ਠੱਗਾਂ ਤੇ ਅੰਤ ਕੀਤਾ ਇਹਨੇ। ਠੀਕ ਹੈ, ਤੇ ਕੁੜੀਆਂ ਨੂੰ ਮਾਰਨ ਤੇ ਰੋਕ ਲਗਾਈ, ਨਰ ਬਲੀ ਤੇ ਰੋਕ ਲਗਾਈ। ਅੱਗੇ ਹੈਗਾ ਕਰਨਲ ਸਲੀਮੈਨ ਕੌਣ ਸੀ। ਠੀਕ ਹੈ, ਕਰਨਲ ਸਲੀਮੈਨ। ਲਾਰਡ ਵਿਲੀਅਮ ਬੈਂਟਿੰਗ ਦੇ ਸਮੇਂ ਠੱਗ ਲੋਕਾਂ ਨੇ ਜਿਹੜੇ ਕਿ ਮੱਧ ਭਾਰਤ ਦੇ ਵਿੱਚ ਬਹੁਤ ਹੀ ਆਤੰਕ ਮਚਾਇਆ ਹੋਇਆ ਸੀ। ਤਾਂ ਜਿਹੜੇ ਭੋਲੇ ਭਾਲੇ ਯਾਤਰੀ ਸੀ ਉਹਨਾਂ ਨੂੰ ਮਿੱਠੀਆਂ ਮਿੱਠੀਆਂ ਗੱਲਾਂ ਦੇ ਵਿੱਚ ਲਗਾ ਕੇ ਜਿਹੜੇ ਕਿ ਲੁੱਟ ਲੈ ਜਾਂਦੇ ਸੀ। ਤੇ ਇਹਨਾਂ ਠੱਗਾਂ ਨੇ ਬਹੁਤ ਗੁਪਤ ਇਸ਼ਾਰੇ ਬਣਾਏ ਹੋਏ ਸੀ, ਤੇ ਜਨਤਾ ਕੋਲੋਂ ਇਹ ਜਿਹੜੇ ਕਿ ਬਹੁਤ ਜਨਤਾ ਇਹਨਾਂ ਕੋਲੋਂ ਬਹੁਤ ਜ਼ਿਆਦਾ ਦੁਖੀ ਸੀ। ਤੇ ਠੱਗਾਂ ਦਾ ਅੰਤ ਕਰਨ ਲਈ ਲਾਰਡ ਵਿਲੀਅਮ ਬੈਂਟਿੰਗ ਨੇ 1830 ਈਸਵੀ ਦੇ ਵਿੱਚ ਹੁਕਮ ਜਾਰੀ ਕੀਤਾ ਸੀ, ਜਿਸ ਨੂੰ ਕਿਹਾ ਜਾਂਦਾ ਕਰਨਲ ਸਲੀਮੈਨ। ਠੀਕ ਹੈ, ਤੇ ਇਹਨੇ 6 ਸਾਲਾਂ ਦੇ ਅੰਦਰ ਲਗਭਗ 1500 ਠੱਗਾਂ ਦਾ ਅੰਤ ਕੀਤਾ ਸੀ। ਤੇ ਬਾਕੀ ਜਿਹੜੇ ਬਚੇ ਹੋਏ ਠੱਗ ਸੀ ਉਹਨਾਂ ਨੂੰ ਫੜ ਕੇ ਜੱਬਲਪੁਰ ਦੇ ਸੁਧਾਰ ਗ੍ਰਹਿ ਦੇ ਵਿੱਚ ਭੇਜ ਦਿੱਤਾ ਸੀ। ਤੇ ਇਸ ਤਰ੍ਹਾਂ ਬੈਂਟਿੰਗ ਨੇ ਜਿਹੜੇ ਕਿ ਦੁਖੀ ਜਨਤਾ ਨੂੰ ਠੱਗਾਂ ਤੋਂ ਛੁਟਕਾਰਾ ਦਿਵਾਇਆ, ਤੇ ਠੱਗਾਂ ਨੂੰ ਬਚਾਉਣ ਦੇ ਲਈ ਜਿਹੜੇ ਹੁਕਮ ਜਾਰੀ ਕੀਤੇ ਸੀ ਉਹਨੂੰ ਕਹਿੰਦੇ ਨੇ ਕਰਨਲ ਸਲੀਮੈਨ। ਸਿੱਖਿਆ ਸੰਬੰਧੀ ਸੁਧਾਰ ਨੇ ਲਾਰਡ ਮੈਕਾਲੇ ਨੇ 1835 'ਚ ਅੰਗਰੇਜ਼ੀ ਨੂੰ ਸਿੱਖਿਆ ਦਾ ਮਾਧਿਅਮ ਬਣਾਇਆ ਸੀ। ਠੀਕ ਹੈ, ਲਾਰਡ ਵਿਲੀਅਮ ਬੈਂਟਿੰਗ ਦੇ ਸਮੇਂ। ਤੇ ਲਾਰਡ ਵਿਲੀਅਮ ਬੈਂਟਿੰਗ ਦੇ ਸਮੇਂ ਕਲਕੱਤੇ ਵਿਖੇ ਮੈਡੀਕਲ ਕਾਲਜ ਦੀ ਸਥਾਪਨਾ ਹੋਈ। ਮੁੰਬਈ ਦੇ ਵਿੱਚ ਐਲਫਿਸਟਨ ਕਾਲਜ ਖੋਲ੍ਹਿਆ ਗਿਆ। ਨਿਆਂ ਸੰਬੰਧੀ ਸੁਧਾਰ ਦੇ ਜਿਊਰੀ ਪ੍ਰਥਾ ਦਾ ਖਾਤਮਾ ਕੀਤਾ। ਪ੍ਰਾਂਤਿਕ ਅਦਾਲਤਾਂ ਸਮਾਪਤ ਕੀਤੀਆਂ। ਇਲਾਹਾਬਾਦ ਦੇ ਵਿੱਚ ਸਦਰ ਅਦਾਲਤ ਦੀ ਸਥਾਪਨਾ ਕੀਤੀ। ਭਾਰਤੀਆਂ ਨੂੰ ਮੁਨਸਿਫ ਅਤੇ ਸਦਰ ਅਮੀਨ ਦੇ ਅਹੁਦੇ ਦਿੱਤੇ ਗਏ। ਅੱਗੇ ਹੈ 1835 ਦੀ ਨਵੀਂ ਸਿੱਖਿਆ ਨੀਤੀ ਜਾਂ ਲਾਰਡ ਮੈਕਾਲੇ। ਠੀਕ ਹੈ, ਲਾਰਡ ਵਿਲੀਅਮ ਬੈਂਟਿੰਗ ਨੇ ਸਿੱਖਿਆ ਦੇ ਵੱਲ ਜਿਹੜੇ ਕਿ ਧਿਆਨ ਦਿੱਤਾ। ਉਹਦੇ ਸਮੇਂ ਫਾਰਸੀ, ਸੰਸਕ੍ਰਿਤ, ਅਰਬੀ ਭਾਸ਼ਾਵਾਂ ਦਾ ਪ੍ਰਚਲਨ ਸੀ। ਭਾਵ ਕਿ ਲਾਰਡ ਵਿਲੀਅਮ ਬੈਂਟਿੰਗ ਦੇ ਸਮੇਂ ਭਾਰਤ ਦੇ ਵਿੱਚ ਫਾਰਸੀ ਭਾਸ਼ਾ ਸੀ, ਅਰਬੀ ਸੀ, ਸੰਸਕ੍ਰਿਤ ਸੀ। ਤੇ ਲਾਰਡ ਵਿਲੀਅਮ ਬੈਂਟਿੰਗ ਦੇ ਸਮੇਂ ਸਿੱਖਿਆ ਦੇ ਮਾਧਿਅਮ ਸੰਬੰਧੀ ਕਾਫੀ ਝਗੜਾ ਸ਼ੁਰੂ ਹੋ ਰਿਹਾ ਸੀ ਵੀ ਕਿਹੜਾ ਮਾਧਿਅਮ ਬਣਾਇਆ ਜਾਵੇ ਸਿੱਖਿਆ ਦਾ। ਤਾਂ ਇੱਕ ਦਲ ਭਾਰਤੀ ਭਾਸ਼ਾਵਾਂ ਦੇ ਪੱਖ ਦੇ ਵਿੱਚ ਸੀ, ਦੂਜਾ ਸੀ ਪੱਛਮੀ ਸਿੱਖਿਆ ਵੀ ਅਪਣਾਈ ਜਾਵੇ, ਮਾਧਿਅਮ ਬਣਾਇਆ ਜਾਵੇ ਇੰਗਲਿਸ਼ ਨੂੰ। ਤਾਂ ਅੰਗਰੇਜ਼ੀ ਮਾਧਿਅਮ ਦਾ ਪੱਖ ਲਾਰਡ ਮੈਕਾਲੇ ਨੇ ਲਿਆ ਸੀ। ਤੇ ਅੰਤ 1835 ਈਸਵੀ ਦੇ ਵਿੱਚ ਸਰਕਾਰ ਵੱਲੋਂ ਅੰਗਰੇਜ਼ੀ ਨੂੰ ਸਿੱਖਿਆ ਦਾ ਮਾਧਿਅਮ ਬਣਾਉਣ ਦਾ ਐਲਾਨ ਕੀਤਾ ਗਿਆ ਸੀ। ਸਿੱਟੇ ਵਜੋਂ ਦੇਸ਼ ਦੇ ਵਿੱਚ ਕਈ ਅੰਗਰੇਜ਼ੀ ਸਕੂਲ ਤੇ ਕਾਲਜ ਆ ਜਿਹੜੇ ਕਿ ਖੋਲ੍ਹੇ ਗਏ। ਸੋ ਇਹ ਸੀ ਤੁਹਾਡੇ ਸ਼ਾਰਟ ਕੁਐਸਚਨ ਆਨਸਰ। ਥੈਂਕਸ। ਚੈਨਲ ਜ਼ਰੂਰ ਸਬਸਕ੍ਰਾਈਬ ਕਰੋ।